ਮਰਦਾ ਬੰਦਾ ਕੀ ਨਹੀਂ ਕਰੂ। ਘਰੇ ਅਗਲੇ ਦੀ ਵਾਈਫ ਬਿਮਾਰ ਪਈ ਆ, ਬੱਚਾ ਸਕੂਲ ਨਹੀਂ ਜਾ ਰਿਹਾ ਤੇ ਉਹ ਅੰਦਰ ਬੈਠਾ, ਉਹ ਮਾਰੂਗਾ ਹੀ ਮੂੰਹ ਕਿਸੇ ਪਾਸੇ, ਖਾਊਗਾ ਹੀ ਕੁਛ ਨਾ ਕੁਛ, ਨੂੰ ਨੀਂਦ ਨਹੀਂ ਆਉਂਦੀ, ਡਿਪਰੈਸ਼ਨ 'ਚ ਆ, ਕੰਧਾਂ ਸਿਰ ਮਾਰਦਾ ਅਗਲਾ। ਫਿਰ ਉਹਨਾਂ ਨੂੰ ਤੁਸੀਂ ਨਸ਼ੇੜੀ ਕਹਿ ਦਿਓ, ਤੁਸੀਂ ਬਦਮਾਸ਼ ਕਹਿ ਦਿਓ, ਤੁਸੀਂ ਜੋ ਮਰਜ਼ੀ ਕਹਿ ਦਿਓ, ਬੰਨਿਆ ਹੋਇਆ ਜਾਨਵਰ ਆ, ਚਾਹੇ ਇੱਟ ਮਾਰ ਕੇ ਲੰਘ ਜਾਓ, ਚਾਹੇ ਡਾਂਗ ਮਾਰ ਦਿਓ। ਜਿਹਦੇ ਕੋਲੇ ਆਪਦਾ ਜਾ ਕੇ ਪਿੱਟੇ, ਉਹ ਕੋਈ ਸਿੱਧੇ ਮੂੰਹ ਦੇ ਨਾਲ ਗੱਲ ਨਹੀਂ ਕਰਦਾ, ਅਗਲਾ ਕਹਿੰਦਾ ਜੀ ਇਹ ਜੇਲ੍ਹ 'ਚੋਂ ਆਇਆ ਹੈ। ਕਾਨੂੰਨ ਸਭ ਵਾਸਤੇ ਇੱਕ ਹੋਣਾ ਚਾਹੀਦਾ ਨਾ, ਕਾਨੂੰਨ ਅਲੱਗ-ਅਲੱਗ ਕਿਉਂ? ਉਹੀ ਬਿਸਤਰੇ ਤੇ ਪਏ ਰਹਿਣਾ ਤੁਸੀਂ 10-10 ਘੰਟੇ, 12-12 ਘੰਟੇ, ਕਿੰਨਾ ਕੁ ਚਿਰ ਬੰਦਾ ਪਿਆ ਰਹੂ, ਕਿੰਨੇ ਕੁ ਪਾਸੇ, ਕਿੰਨੇ ਕੁ ਟੀਵੀ ਦੇਖ ਲੂ। ਫਿਰ ਉਹ ਐਡੀਟੇਟ ਹੁੰਦੇ ਆ, ਫਿਰ ਨਿੱਕੀ ਨਿੱਕੀ ਗੱਲ ਤੇ ਆਪਸ ਵਿੱਚ ਲੜਦੇ ਆ, ਖਿੱਚਦੇ ਆ, ਫਿਰ ਉੱਥੇ ਦੁਸ਼ਮਣੀਆਂ ਬਣ ਜਾਂਦੀਆਂ ਨੇ। ਪਹਿਲਾਂ ਯਾਰ ਹੁੰਦੇ ਆ, ਫਿਰ ਲੜ ਪੈਂਦੇ ਆ। ਜਿਹੜੇ ਅਫਸਰ ਮੈਂ ਕਈ ਸਿਰ ਨੋਚਦੇ ਦੇਖੇ ਆ, ਟੇਬਲ ਤੇ ਮੁੱਕੀਆਂ ਮਾਰਦੇ ਦੇਖੇ, ਵੀ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ। ਪੰਜਾਬ ਦੇ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਮੌਜੂਦਾ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਹੈ। ਆਏ ਦਿਨ ਕੋਈ ਨਾ ਕੋਈ ਗੈਂਗਸਟਰ ਜਾਂ ਫਿਰ ਕੋਈ ਗੈਂਗਵਾਰ ਦੀ ਖਬਰ ਸਾਹਮਣੇ ਆਉਂਦੀ ਹੈ, ਪਰ ਅਸਲ ਤਸਵੀਰ ਕੀ ਹੈਗੀ ਹੈ? ਕਿਉਂਕਿ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਭੇਜ ਦਿੱਤਾ ਜਾਂਦਾ ਹੈਗਾ, ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਬੰਦ ਕੀਤਾ ਜਾਂਦਾ ਹੈਗਾ। ਹਾਲਾਂਕਿ ਜੇਲ੍ਹਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸੁਧਾਰ ਘਰ ਕਿਹਾ ਜਾਂਦਾ ਹੈ। ਸੁਧਾਰਨ ਦੇ ਵਾਸਤੇ ਜੇਲ੍ਹਾਂ ਦੇ ਵਿੱਚ ਭੇਜੇ ਜਾਂਦੇ ਆ ਲੋਕਾਂ ਨੂੰ, ਤਾਂ ਕਿ ਉੱਥੇ ਉਹ ਸੁਧਰਨ ਤੇ ਫੇਰ ਦੁਬਾਰਾ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਬਾਹਰ ਆ ਕੇ ਬਤੀਤ ਕਰਨ। ਪਰ ਅਸਲ ਤਸਵੀਰ ਜੇਲ੍ਹਾਂ ਦੀ ਕੀ ਹੈਗੀ ਹੈ? ਇਸ ਵੇਲੇ ਸਾਡੇ ਨਾਲ ਵੱਖ-ਵੱਖ ਮਾਮਲਿਆਂ ਦੇ ਵਿੱਚ ਸਜ਼ਾਵਾਂ ਕੱਟ ਰਹੇ ਕੈਦੀ ਹੁਣੀ ਮੌਜੂਦ ਹੈਗੇ ਨੇ। ਹਾਲਾਂਕਿ ਪੈਰੋਲ ਦੇ ਉੱਤੇ ਬਾਹਰ ਆਏ ਹੋਏ ਨੇ, ਔਰ ਮੁੱਖ ਤੌਰ ਦੇ ਉੱਤੇ ਇਹਨਾਂ ਦੀ ਮੰਗ ਇਹੀ ਹੈਗੀ ਹੈ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈਗੀ ਹੈ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ, ਉਹਨਾਂ ਦੀ ਸਜ਼ਾ ਜਿਹੜੀ ਹੈਗੀ ਆ ਉਹ ਬੰਦ ਕੀਤੀ ਜਾਵੇ। ਤਾਂ ਮੁੱਖ ਤੌਰ ਦੇ ਉੱਤੇ ਤੁਸੀਂ ਆ ਵੇਖ ਸਕਦੇ ਹੈਗੇ ਹੋ, ਬਜ਼ੁਰਗ ਹੋਣ, ਨੌਜਵਾਨ ਹੋਣ, ਜਾਂ ਫਿਰ ਇੱਥੇ ਵੱਡੀ ਉਮਰ ਦੇ ਵੀ ਜਿਹੜੇ ਲੋਕ ਹੈਗੇ ਨੇ ਉਹ ਹੋਣ, ਤਾਂ ਇਹ ਸਾਰੇ ਤਮਾਮ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਕੱਟ ਰਹੇ ਨੇ ਔਰ ਹੁਣ ਪੈਰੋਲ ਦੇ ਉੱਤੇ ਬਾਹਰ ਆਏ ਹੋਏ ਨੇ। ਗੱਲਬਾਤ ਕਰਦੇ ਕਿ ਕੀ ਮੌਜੂਦਾ ਹਾਲਾਤ ਨੇ ਜੇਲ੍ਹਾਂ ਦੇ ਵਿੱਚ। ਔਰ ਪੈਰੋਲ ਦੀ ਜਿੱਥੇ ਗੱਲ ਆਉਂਦੀ ਹੈਗੀ ਹੈ, ਪੈਰੋਲ ਕਿਹਾ ਜਾਂਦਾ ਹੈ ਕਿ ਅਸੀਂ ਪੈਰੋਲ ਦੇ ਉੱਤੇ ਇਹਨਾਂ ਕੈਦੀਆਂ ਨੂੰ ਬਾਹਰ ਕੱਢ ਰਹੇ ਹੈਗੇ ਹਾਂ, ਤਾਂ ਕੀ ਵਾਕਈ ਹੀ ਪੈਰੋਲ ਦੇ ਕੇ ਇਹਨਾਂ ਨੂੰ ਕੁਝ ਫਾਇਦਾ ਹੁੰਦਾ ਜਾਂ ਫਿਰ ਉਸ ਦਾ ਨੁਕਸਾਨ ਹੀ ਜਿਹੜਾ ਹੈਗਾ ਇਹਨਾਂ ਨੂੰ ਝੱਲਣਾ ਪੈ ਰਿਹਾ? ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਕਿਹੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਗਏ ਸੀਗੇ ਔਰ ਕਿੰਨੀ ਦੇਰ ਤੋਂ ਸਜ਼ਾ ਜਿਹੜੀ ਹੈਗੀ ਤੁਸੀਂ ਕੱਟ ਰਹੇ ਹੈਗੇ? ਅਸੀਂ ਆਲਮੋਸਟ ਸਾਰੇ 302 ਵਾਲੇ ਹੀ ਹਾਂ ਜੀ, ਉਮਰ ਕੈਦੀ ਹੁੰਦੇ ਆ ਜੀ ਸਾਰੇ, ਤੇ ਉਹਦੇ ਵਿੱਚ ਅਸੀਂ ਸਜ਼ਾ ਕੱਟ ਰਹੇ ਹਾਂ। ਸਜ਼ਾ ਸਾਡੀਆਂ ਪੂਰੀਆਂ ਹੋ ਗਈਆਂ, ਜਿਹੜੀਆਂ ਅਸੀਂ ਪਰੋਲ ਵਗੈਰਾ ਕੱਟਣੀਆਂ ਸੀ ਉਹ ਸਹੀ ਟਾਈਮ ਤੇ ਕੱਟ ਕੇ ਸਹੀ ਟਾਈਮ ਤੇ ਵਾਪਸੀਆਂ ਕੀਤੀਆਂ ਨੇ। ਤੇ ਸਾਡੀਆਂ ਰਿਹਾਈਆਂ ਨੂੰ ਮਤਲਬ ਹੁਣ ਸਾਲ 2-2 ਸਾਲ ਲੇਟ ਆ ਅਸੀਂ, ਤੇ ਸਾਨੂੰ ਰਿਹਾ ਨਹੀਂ ਕੀਤਾ ਜਾਂਦਾ। ਸਾਨੂੰ ਕੋਈ ਤੈਅ ਸਮਾਂ ਨਹੀਂ ਦੱਸਿਆ ਜਾ ਰਿਹਾ ਵੀ ਸਾਡੀ ਜਿਹੜੀ ਰਿਹਾਈ ਹੈ ਜਿਹੜੀ ਬਣਦੀ ਕਦੋਂ ਆ। ਜਦੋਂ ਸਾਨੂੰ ਹਾਲਾਂਕਿ ਸਜ਼ਾ ਹੋਈ ਸੀ, ਜਦੋਂ ਸਾਨੂੰ ਕਾਪੀ ਦਿੱਤੀ, ਉਹ ਸਾਨੂੰ ਦੱਸਿਆ ਗਿਆ ਸੀ ਜਦੋਂ ਅਸੀਂ ਅੰਦਰ ਐਂਟਰ ਹੋਏ ਸੀ ਵੀ ਤੁਹਾਡੀ ਜੇ ਤੁਸੀਂ ਸਹੀ ਸਲਾਮਤ ਜੇਲ੍ਹ ਕੱਟੋਗੇ ਤੁਹਾਡੀ ਇੰਨੇ ਸਮੇਂ ਤੇ ਤੁਹਾਡੀ ਇੰਨੀ ਠੋਸ, ਇੰਨੀ ਜਿਹੜੀ ਹੈਗੀ ਆ ਮਾਫੀਆਂ ਪਾ ਕੇ, ਹਵਾਲਾਤ ਪਾ ਕੇ ਵੀ ਤੁਹਾਡੀ ਇਹ ਕੈਦ ਕੱਟੀ ਜਾਊਗੀ। ਪਰ ਉਹ ਸਾਨੂੰ ਅੱਜ ਤੱਕ ਕਿਸੇ ਨੇ ਰਿਹਾ ਨਹੀਂ ਕੀਤਾ। ਕਿਹੜੇ ਸੰਨ ਦੇ ਵਿੱਚ ਤੁਹਾਨੂੰ ਜੇਲ੍ਹ ਹੋਈ ਸੀਗੀ ਔਰ ਕਿੰਨੀ ਸਜ਼ਾ ਜਿਹੜੀ ਹੈਗੀ ਆ ਉਹ ਤੁਸੀਂ ਪੂਰੀ ਕਰ ਲਈ? 2007 ਦੇ ਵਿੱਚ ਅਸੀਂ ਜੇਲ੍ਹ 'ਚ ਚਲੇ ਗਏ ਸੀਗੇ ਜੀ। 9 ਸਾਲ ਸਾਨੂੰ ਹਵਾਲਾਤੀ ਰੱਖਿਆ ਤੇ ਹੁਣ ਤੱਕ ਦੇਖ ਲਓ ਤੁਸੀਂ ਅਸੀਂ ਕੈਦ 'ਚ। ਤਾਂ ਕੀ ਹਵਾਲਾ ਦਿੰਦੇ ਹੈਗੇ ਨੇ? ਹਾਲਾਂਕਿ ਹੁਣ ਸੁਪਰੀਮ ਕੋਰਟ ਦੀਆਂ ਵੀ ਕੁਝ ਗਾਈਡਲਾਈਨਸ ਆਈਆਂ ਸੀ ਕਰੋਨਾ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਪੈਰੋਲ ਦੇ ਉੱਤੇ ਬਾਹਰ ਛੱਡਿਆ ਜਾਵੇ, ਤਾਂ ਹੁਣ ਪੈਰੋਲ ਦੇ ਉੱਤੇ ਤੁਹਾਨੂੰ ਬਾਹਰ ਕੱਢਣ ਦਾ ਕੀ ਜੋ ਸੁਪਰੀਮ ਕੋਰਟ ਦੀ ਗਾਈਡਲਾਈਨ ਸੀਗੀਆਂ ਉਹਦਾ ਹਵਾਲਾ ਸੀਗਾ ਜਾਂ ਤੁਹਾਡੀ ਜਿਹੜੀ ਬਣਦੀ ਪੈਰੋਲ ਸੀਗੀ ਉਸਦੇ ਪਹਿਲਾਂ ਤਾਂ ਸਾਡੀ ਬਣਦੀ ਪੈਰੋਲ ਤੇ ਆਏ ਹਾਂ ਅਸੀਂ। ਉਸ ਤੋਂ ਬਾਅਦ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਰੋਨਾ ਕਰਕੇ ਉਹ ਫਿਰ ਸਾਡੀ ਅੱਗੇ ਐਕਸਟੈਂਡ ਕਰੀ ਗਏ ਨੇ। ਪਰ ਦੁੱਖ ਦੀ ਗੱਲ ਤਾਂ ਇਹ ਹੈ ਵੀ ਨਾ ਮਾਨਯੋਗ ਹਾਈ ਕੋਰਟ ਨਾ ਮਾਨਯੋਗ ਸੁਪਰੀਮ ਕੋਰਟ ਦੀ ਕੋਈ ਹਦਾਇਤਾਂ ਦੇ ਮੁਤਾਬਕ ਅਸੀਂ ਤਾਂ ਕੋਈ ਦੇਖਿਆ ਨਹੀਂ ਵੀ ਇਹਨਾਂ ਨੇ ਕੋਈ ਕਿਸੇ ਨੂੰ ਰਿਹਾ ਕੀਤਾ ਹੋਵੇ ਜਾਂ ਬਾਹਰ ਭੇਜਿਆ ਹੋਵੇ। ਕੋਈ ਧਿਆਨ ਨਹੀਂ ਕਿਸੇ ਦਾ ਕਿਸੇ ਵੱਲ ਵੀ, ਕੋਈ ਨਕਸ਼ੇ ਦੀ ਕੋਈ ਡੇਟ ਸੀਮਾ ਤੈਅ ਨਹੀਂ ਹੈ, ਉਹ ਰੁਲਦਾ ਪਿਆ ਵਾ। ਕੋਈ ਜਾਂ ਦੱਸਿਆ ਜਾਵੇ ਵੀ ਜਦੋਂ ਕੈਦੀ ਦਾ ਨਕਸ਼ਾ ਪਾਸ ਹੋ ਗਿਆ ਵੀ ਇੰਨੇ ਸਮੇਂ ਦੇ ਵਿੱਚ ਇਹ ਕਲੀਅਰ ਹੋ ਕੇ ਆਊਗਾ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕੈਦੀ ਪਹਿਲੀ ਛੁੱਟੀ ਕੱਟ ਕੇ ਜਾਂਦਾ ਉਹ ਸਾਰੀਆਂ ਇਨਕੁਆਇਰੀਆਂ ਕਰਾਉਂਦਾ, ਸਾਰੇ ਪਾਸੇ ਉਹ ਆਪਦੀ ਸਫਾਈ ਦਿੰਦਾ ਵਾ, ਫੇਰ ਹੀ ਉਹ ਛੁੱਟੀ ਜਾਂਦਾ। ਫਿਰ 2 ਸਾਲ ਦੀ ਛੁੱਟੀ ਕੱਟਣ ਤੋਂ ਬਾਅਦ ਉਹ ਫਰਲੋ ਹੁੰਦੀ ਆ। ਉਹ ਫਰਲੋ ਤਾਂ ਮਿਲਦੀ ਹੈ ਜਦੋਂ 2 ਸਾਲ ਦੀ ਛੁੱਟੀ ਦੇ ਵਿੱਚ ਤੁਹਾਡੇ ਤੇ ਕੋਈ FIR ਨਹੀਂ ਹੋਈ, ਤੁਸੀਂ ਕੋਈ ਜੇਲ੍ਹ ਅਪਰਾਧ ਨਹੀਂ ਕੀਤਾ, ਫਰਲੋ ਵੀ ਕੱਟ ਲੀਆਂ। ਫਰਲੋ ਕੱਟਣ ਤੋਂ ਬਾਅਦ ਹੁਣ 1.5 ਸਾਲ ਸਾਨੂੰ ਆਹ ਹੋ ਗਿਆ। ਹੁਣ ਕਰੋਨਾ ਦੇ ਵਿੱਚ ਜਿਹੜਾ ਸਾਨੂੰ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਤੇ ਸਾਨੂੰ ਮਿਲਿਆ ਵਾ, ਹੁਣ ਇਹ ਸਾਡਾ ਸਾਲ ਕੈਦ ਦੇ ਵਿੱਚ ਕੱਟਣ ਨੂੰ ਫਿਰਦੇ ਆ। ਕਹਿੰਦੇ ਜੀ ਇਹ ਕੈਦ 'ਚੋਂ ਕੱਟਿਆ ਜਾਊਗਾ। ਅਸੀਂ ਹੁਣ ਜੇਲ੍ਹ 'ਚ ਨਹੀਂ ਸੀ? ਹੁਣ ਸਾਡੇ ਹਰ ਵਕਤ ਤਾਂ ਸਾਡੇ ਤਲਵਾਰ ਲਟਕਦੀ ਹੈ ਸਿਰ ਤੇ। ਸ਼ਹਿਰ ਅਸੀਂ ਛੱਡ ਕੇ ਨਹੀਂ ਜਾ ਸਕਦੇ, ਪੁੱਛੇ ਬਿਨਾਂ ਅਸੀਂ ਆਪਦਾ ਵਿਆਹ ਸ਼ਾਦੀ ਨਹੀਂ ਜਾ ਸਕਦੇ ਕਿਤੇ। ਹਰ ਵਕਤ ਸਾਨੂੰ ਚੌਕਸ ਰਹਿਣਾ ਪੈਂਦਾ ਵੀ ਕੋਈ ਸਾਡੇ ਤੇ ਐਪਲੀਕੇਸ਼ਨ ਨਾ ਦੇ ਦੇਵੇ। ਹੁਣ ਅਸੀਂ ਜੇਲ੍ਹ 'ਚ ਨਹੀਂ ਸੀ, ਹੁਣ ਸਾਡਾ ਇਹ ਵੀ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦਾ ਕਹਿੰਦੇ ਆ ਵੀ ਜੇਲ੍ਹਾਂ ਖਾਲੀ ਕਰੋ, ਤਾਂ ਪਰ ਇਹਨਾਂ ਨੂੰ ਪਤਾ ਨਹੀਂ ਕੀ ਚਸਕਾ ਪਿਆ ਹੋਇਆ, ਖਾਲੀ ਕਰਨ ਦਾ ਨਾਮ ਹੀ ਨਹੀਂ ਲੈਂਦੇ। ਕੀ ਇਹਦੇ ਪਿੱਛੇ ਤੁਹਾਨੂੰ ਕਾਰਨ ਲੱਗਦੇ? ਕਿਉਂਕਿ ਇਹ ਵੀ ਸਵਾਲ
ਖੜਾ ਹੁੰਦਾ ਹੈ, ਜਿਹੜਾ ਤਾਂ ਸਰਕਾਰਾਂ ਦੀ ਮਰਜ਼ੀ ਦੇ ਨਾਲ ਕੰਮ ਕਰਦਾ ਰਵੇ ਉਹਦੀ ਤਾਂ ਪੈਰੋਲ ਵੀ ਹੋ ਜਾਂਦੀ ਹੈਗੀ ਆ, ਉਹਦੀ ਤਾਂ ਰਿਹਾਈ ਵੀ ਹੋ ਜਾਂਦੀ ਹੈ। ਜਿਹੜਾ ਉਸ ਦੇ ਉਲਟ ਜਾਵੇ ਤਾਂ ਉਹਨੂੰ ਫੇਰ ਵੀ ਜੇਲ੍ਹਾਂ ਦੇ ਵਿੱਚ ਹੀ ਡਾਕੇ ਜਿਹੜਾ ਹੈਗਾ ਬਿਠਾਇਆ ਜਾਂਦਾ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸੁਪੁੱਤਰ ਰਣਜੀਤ ਤਲਵੰਡੀ ਨੂੰ ਸਜ਼ਾ ਹੋ ਗਈ ਸੀ 302 ਦੇ ਪਰਚੇ 'ਚ। ਉਦੋਂ ਜਿਹੜੀ ਪਰੋਲ ਸੀਗੀ ਉਹ 28 ਦਿਨਾਂ ਦੀ ਸੀ ਜਾਂ 1 ਮਹੀਨੇ ਦੀ ਸੀ। ਉਹ ਜਦੋਂ ਉਹ ਅੰਦਰ ਗਏ ਉਦੋਂ 6 ਮਹੀਨੇ ਦੀ ਪਰੋਲ ਕਰਤੀ ਸੀ। 6 ਮਹੀਨੇ ਦੀ ਪਰੋਲ ਦੇ ਵਿੱਚ ਉਹਨਾਂ ਦਾ ਪਰਚਾ ਖਤਮ ਕਰਾਇਆ ਗਿਆ, ਫਿਰ ਉਹਨਾਂ ਨੂੰ ਰਿਹਾ ਕੀਤਾ ਗਿਆ। ਕਾਨੂੰਨ ਸਭ ਵਾਸਤੇ ਇੱਕ ਹੋਣਾ ਚਾਹੀਦਾ ਨਾ, ਕਾਨੂੰਨ ਅਲੱਗ-ਅਲੱਗ ਕਿਉਂ? ਇੱਕ ਕਾਨੂੰਨ ਇੱਕ ਧਾਰਾ ਉਹ ਕੈਟਾਗਰੀ 'ਚ ਕਿੱਦਾਂ ਵੰਡੀ ਗਈ? ਇਹ ਮਤਲਬ ਵਿਤਕਰੇਬਾਜ਼ੀ ਹੋ ਰਹੀ ਹੈ। ਇਹ ਹਾਲਾਤ ਕੀ ਹੈਗੇ ਨੇ ਉਹ ਵੀ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਪਰ ਇਹ ਤੁਸੀਂ ਤਸਵੀਰ ਵੇਖ ਸਕਦੇ ਹੈਗੇ ਹੋ ਪੰਜਾਬ ਦੀ। ਜੇਕਰ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣ ਜਾਂਦੇ ਹੈਗੇ ਨੇ ਕਿ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਹੋਵੇ, ਰੋਜ਼ਗਾਰ ਦੇ ਵਿੱਚ ਅੱਗੇ ਲੈ ਕੇ ਆਉਣ ਦੀ ਗੱਲ ਹੋਵੇ, ਉੱਥੇ ਤਾਂ ਕੀ ਲੈ ਕੇ ਆਉਣਾ, ਪਰ ਇਹ ਪਰਚੀਆਂ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਨੂੰ ਅੰਦਰ ਡੱਕ ਦਿੱਤਾ ਜਾਂਦਾ ਹੈਗਾ। ਤੁਹਾਡੇ ਉੱਤੇ ਮਾਮਲਾ 302 ਦਾ ਹੋਇਆ, ਕੀ ਸੀਗਾ ਚੱਕਰ? ਕੋਈ ਪਰਿਵਾਰਕ ਰੰਜਿਸ਼ ਸੀਗੀ ਜਾਂ ਕੋਈ ਪਿੰਡ ਦੇ ਵਿੱਚ ਕੋਈ ਸਿਆਸੀ ਰੰਜਿਸ਼ ਕਰਕੇ ਹੋਇਆ? ਨਹੀਂ ਜੀ, ਪਿੰਡ 'ਚ ਆਮ ਲੜਾਈ ਹੋ ਗਈ ਸੀ ਕੁਦਰਤੀ ਤੌਰ 'ਤੇ, ਬਸ ਹੋ ਗਿਆ ਵੀ ਮਤਲਬ ਕਿ ਕੋਈ ਨਾ ਸਾਡਾ ਪਰਿਵਾਰ ਕ੍ਰਿਮੀਨਲ ਸੀ, ਨਾ ਅਸੀਂ ਕੋਈ ਪਹਿਲਾਂ ਕੋਈ ਕ੍ਰਾਈਮ ਕੀਤਾ ਸੀ। ਕੁਦਰਤੀ ਗੱਲ ਹੋ ਗਈ, ਸਾਡੇ 'ਤੇ ਪਰਚਾ ਹੋ ਗਿਆ। ਚਲੋ ਸਾਡੀ ਕਿਸਮਤ ਸੀ, ਸਾਡਾ ਲੱਕ ਸੀ, ਪਰ ਅਸੀਂ ਚਾਹੇ ਦੋਸ਼ੀ ਆ ਜਾਂ ਬੇਦੋਸ਼ੀ ਆ, ਪਰ ਜਿਹੜਾ ਕਾਨੂੰਨ ਹੈਗਾ ਉਹਦਾ ਕੋਈ ਢਾਂਚਾ ਸਿਸਟਮ ਨਹੀਂ ਹੈਗਾ। ਜਿਹੜੇ ਕੋਈ ਟਾਈਮ ਨਹੀਂ ਹੈਗਾ, ਜਿਵੇਂ ਉਮਰ ਕੈਦ ਹੋਈ ਵੀ ਹੈ, ਕੋਈ ਉਹਦਾ ਨਿਰਧਾਰਤ ਸਮਾਂ ਨਹੀਂ ਹੈਗਾ। ਵਿੱਚ ਬੰਦੇ ਕੋਈ 3 ਸਾਲ ਵੱਧ ਕੱਟੀ ਬੈਠਾ, ਕੋਈ 4 ਸਾਲ, ਕੋਈ ਸੱਦ ਪੁੱਛ ਨਹੀਂ ਹੈਗੀ ਮਤਲਬ ਕਿ। ਤਾਂ ਬਜ਼ੁਰਗੋ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਜੇਲ੍ਹ ਕੱਟਦਿਆਂ? ਮੈਨੂੰ ਅਗਣੀ 9.5 ਸਾਲ। ਤਾਂ 6 ਮਹੀਨੇ ਜਿਹੜੇ ਹੈਗੇ ਆ ਉਹ ਉੱਤੇ ਹੀ ਹੋ ਚੱਲੇ। 6 ਮਹੀਨੇ ਉੱਪਰ ਹੋ ਗਏ ਜੀ ਮੈਨੂੰ। ਤਾਂ ਕੀ ਕਹਿੰਦੇ ਹੈਗੇ ਨੇ? ਵਕੀਲ ਨਾਲ ਗੱਲ ਹੁੰਦੀ ਹੋਊਗੀ, ਜੇਲ੍ਹ ਅਧਿਕਾਰੀਆਂ ਨਾਲ ਗੱਲ ਹੁੰਦੀ ਹੈ, ਕੀ ਉਹ ਹਵਾਲਾ ਦਿੰਦੇ? ਸਾਡੀ ਸੁਪਰਡੈਂਟ ਸਾਹਿਬ ਨਾਲ ਗੱਲ ਹੁੰਦੀ, ਉਹ ਕਹਿੰਦਾ ਜੀ ਮਾਨਯੋਗ ਸਰਕਾਰ ਦੇ ਹੁਕਮ ਨਹੀਂ ਆਏ ਰਿਹਾ ਕਰਨ ਦੇ, ਅਸੀਂ ਇਸ ਕਰਕੇ ਨਹੀਂ ਰਿਹਾ ਕਰ ਸਕਦੇ ਤੁਹਾਨੂੰ। ਤਾਂ ਤੁਸੀਂ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ? ਮੇਰੇ ਬ੍ਰਦਰ ਸੀਗੇ ਜੀ, ਉਹ ਕਰੋਨਾ ਦੌਰਾਨ ਮਤਲਬ ਛੁੱਟੀ ਤੇ ਆਏ ਸੀ, ਤੇ ਉਹਨਾਂ ਨੇ ਛੁੱਟੀ ਐਕਸਟੈਂਡ ਕਰਕੇ ਮਤਲਬ ਉਹਨਾਂ ਨੇ ਵਾਪਸੀ ਨਹੀਂ ਬੁਲਾਇਆ ਉਹਨਾਂ ਨੂੰ, ਜਦੋਂ ਕਿ ਉਹ ਜਾਣਾ ਚਾਹੁੰਦੇ ਸੀ ਵੀ ਸਾਡੀ ਕਸਟਡੀ ਵਧੇ ਤੇ ਅਸੀਂ ਜ਼ਮਾਨਤ ਕਰਾਉਂਦੇ ਹੋ ਜਾਈਏ। ਤੇ ਹੁਣ ਉਹ ਕਹਿ ਰਹੇ ਵੀ ਜਿਹੜੀ ਇਹ ਛੁੱਟੀ ਆ ਵੀ ਉਹ ਤੁਹਾਨੂੰ ਐਕਸਟਰਾ ਤੋਂ ਕੱਟਣੀ ਪੈਣੀ ਹੈ, ਜਦੋਂ ਕਿ ਉਹਨਾਂ ਨੇ ਆਪ ਵਾਪਸ ਨਹੀਂ ਲਏ। ਉਹ ਜਾਣਾ ਚਾਹੁੰਦੇ ਸੀ ਵੀ ਸਾਡੀ ਕਸਟਡੀ ਪੂਰੀ ਹੋਵੇ। ਹੁਣ ਉਹ ਕਹਿੰਦੇ ਵੀ ਜਿੰਨਾ ਇਹ ਸਾਲ ਤੁਸੀਂ ਬਾਹਰ ਕੀਤਾ ਕਰੋਨਾ ਦੌਰਾਨ, ਤੁਹਾਨੂੰ ਐਕਸਟਰਾ ਕੱਟਣੀ ਪੈਣੀ। ਇਹ ਵੀ ਇੱਕ ਤਰ੍ਹਾਂ ਨਾਲ ਧੱਕਾ ਜੀ। ਤਾਂ ਆਪ ਕਹਿ ਰਹੇ ਨੇ ਛੁੱਟੀ ਕੱਟਣ ਵਾਸਤੇ, ਭਾਵੇਂ ਕੈਦੀ ਅੰਦਰ ਆਉਣਾ ਚਾਹੁੰਦਾ ਹੈਗਾ ਤਾਂ ਵੀ ਜ਼ਬਰਦਸਤੀ ਜਿਹੜੀ ਕਿ ਉਹਨਾਂ ਨੂੰ ਇਦਾਂ ਸੀ ਵੀ ਸਾਡੀ ਕਸਟਡੀ ਪੂਰੀ ਹੋ ਜੂਗੀ, ਵੀ ਜਾਣਾ ਚਾਹੁੰਦੇ ਸਾਨੂੰ ਵਾਪਸ ਲਓ। ਉਹਨਾਂ ਨੇ ਐਕਸਟੈਂਡ ਕਰਕੇ ਸਾਲ ਦੇ ਕਰੀਬ ਬੁਲਾਇਆ ਨਹੀਂ ਜੀ। ਹੁਣ ਉਹ ਕਹਿ ਰਹੇ ਵੀ ਉਹ ਜਿਹੜਾ ਸਾਲ ਆ ਤੁਹਾਨੂੰ ਐਕਸਟਰਾ ਕੱਟਣਾ ਪੈਣਾ। ਤੁਹਾਡਾ ਵੀ ਇਹੀ ਕਿੱਸਾ ਹੈਗਾ? ਹਾਂਜੀ, ਸਾਨੂੰ ਵੀ ਸਾਲ ਤੋਂ ਉੱਪਰ ਹੋ ਗਿਆ ਜੀ ਘਰੇ ਬੈਠਿਆਂ ਨੂੰ, ਤੇ ਪਰ ਉਹ ਸੱਦ ਨਹੀਂ ਰਹੇ। ਹੁਣ ਕਹਿ ਰਹੇ ਨੇ ਵੀ ਜਿਹੜਾ ਤੁਹਾਡਾ ਸਾਲ ਘਰੇ ਲੱਗਿਆਗਾ ਵੀ ਉਹ ਅਸੀਂ ਤੁਹਾਡੀਆਂ ਛੁੱਟੀਆਂ ਦੇ ਵਿੱਚ ਐਡ ਨਹੀਂ ਕਰਦੇ, ਤੁਹਾਨੂੰ ਅਲੱਗ ਤੋਂ ਸਾਲ ਉੱਥੇ ਜੇਲ੍ਹ ਦੇ ਵਿੱਚ ਲਗਾਉਣਾ ਪੈਣਾ। ਤੁਹਾਨੂੰ ਕਿਹੜੇ ਕਾਰਨਾਂ ਕਰਕੇ ਜੇਲ੍ਹ ਦੇ ਵਿੱਚ ਜਾਣਾ ਪਿਆ? 302 ਦਾ ਹੀ ਪਰਚਾ ਜੀ। ਕੀ ਲੜਾਈ ਹੋਈ ਸੀ, ਝਗੜਾ ਹੋਇਆ ਸੀ? ਹਾਂਜੀ, ਲੜਾਈ ਹੋਈ ਸੀ। ਤਾਂ ਬਹੁਤ ਸਾਰੀ ਇਹ ਤਸਵੀਰ ਹੈਗੀ ਹੈ ਪੰਜਾਬ ਦੀ। ਔਰ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜੇਲ੍ਹ ਦੇ ਅੰਦਰ ਹਾਲਾਤ ਕੀ ਹੈਗੇ ਨੇ, ਕਿਉਂਕਿ ਜੋ ਅਸੀਂ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖੀਆਂ ਨੇ, ਜੈਪਾਲ ਭੁੱਲਰ ਉਹਨਾਂ ਦੇ ਮਾਮਲੇ ਦੀ ਗੱਲ ਕਰ ਲਈਏ, ਗੈਂਗਸਟਰਾਂ ਦੀ ਗੱਲ ਕਰ ਲਈਏ, ਤਾਂ ਇਹ ਗੈਂਗਸਟਰ ਕਿਉਂ ਬਣ ਜਾਂਦੇ ਹੈਗੇ ਨੇ ਜੇਲ੍ਹਾਂ ਦੇ ਵਿੱਚ? ਜਿੱਥੇ ਜੇਲ੍ਹਾਂ ਨੂੰ ਸੁਧਾਰ ਕਰ ਕਿਹਾ ਜਾਂਦਾ ਕਿ ਵਾਕਈ ਸੁਧਾਰ ਹੁੰਦਾ ਉੱਥੇ, ਜਾਂ ਫਿਰ ਇਹੀ ਚੀਜ਼ ਨੂੰ ਹੋਰ ਵਧਾਵਾ ਦਿੱਤਾ ਜਾਂਦਾ ਹੈ? ਦੇਖੋ ਜੀ, ਸਿੱਧਾ ਤਾਂ ਕੋਈ ਮਤਲਬ ਓਪਨਲੀ ਤਾਂ ਕੋਈ ਨਹੀਂ ਕਹਿੰਦਾ ਹੈਗਾ ਤੁਸੀਂ ਇੱਦਾਂ ਕਰੋ ਉੱਦਾਂ ਕਰੋ। ਮਤਲਬ ਮੈਂਟਲੀ ਤੌਰ 'ਤੇ ਇੰਨੇ ਜ਼ਿਆਦਾ ਡਿਸਟਰਬ ਕਰ ਦਿੰਦੇ ਆ ਬੰਦੇ ਨੂੰ, ਉਹਨਾਂ ਕੋਲ ਆਪਸ਼ਨ ਨਹੀਂ ਬਚਦੀ ਕੋਈ। ਉਹਨਾਂ ਦੇ ਘਰ ਦੇ ਹਾਲਾਤ ਇੰਨੇ ਖਰਾਬ ਹੋ ਜਾਂਦੇ ਆ, ਜਦੋਂ ਇੰਨੇ ਲੰਬੇ ਸਮੇਂ ਤੋਂ ਬਾਅਦ ਅਗਲਾ ਘਰੇ ਆਉਂਦਾ, ਘਰੇ ਇੰਨੇ ਘਾਹ ਉੱਗੇ ਪਏ ਨੇ, ਕੰਧਾਂ ਦੇ ਟੀਪ ਉਤਰੀ ਪਈ ਆ, ਰੰਗ ਉਤਰੇ ਪਏ ਨੇ, ਘਰ ਦਾ ਮਾਹੌਲ ਖਰਾਬ ਆ, ਕਿਸੇ ਦਾ ਮੂੰਹ ਕਿੱਧਰ ਨੂੰ ਆ, ਕਿਸੇ ਦਾ ਕਿੱਧਰ ਨੂੰ ਆ। ਫਿਰ ਇੱਕ ਨੌਜਵਾਨ ਬਾਗੀ ਹੋਇਆ ਹੋਰ ਕੀ ਕਰੂਗਾ? ਕਿੱਧਰ ਨੂੰ ਜਾਊਗਾ ਉਹ? ਕਿੱਥੇ ਹੱਥ ਪੱਲਾ ਮਾਰੂਗਾ ਉਹ? ਕਿਹਦੇ ਕੋਲੇ ਆਪਦਾ ਜਾ ਕੇ ਪਿੱਟੇ ਉਹ? ਕੋਈ ਸਿੱਧੇ ਮੂੰਹ ਉਹਦੇ ਨਾਲ ਗੱਲ ਨਹੀਂ ਕਰਦਾ। ਅਗਲਾ ਕਹਿੰਦਾ ਜੀ ਇਹ ਜੇਲ੍ਹ 'ਚੋਂ ਆਇਆ ਹੈ। ਹਾਲਾਂਕਿ ਜੇਲ੍ਹ 'ਚ ਜਾਂਦੇ ਤਾਂ ਬੰਦੇ ਹੀ ਆ ਨਾ। ਜਿਹੜਾ ਉਹ ਸੁਧਾਰ ਘਰ ਬਣਾਇਆ, ਤੁਸੀਂ ਨਰਕ ਸਵਰਗ ਟੀਵੀਆਂ ਦੇ ਪੇਪਰਾਂ 'ਚ ਅਖਬਾਰਾਂ 'ਚ ਪੜ੍ਹਦੇ ਹੋਵੋਗੇ, ਅਸੀਂ ਨਰਕ ਉਹ ਭੋਗਿਆ, ਅਸੀਂ ਉਹ ਦੇਖਿਆ। ਉੱਥੇ ਖਾਜ ਪੈ ਜਾਂਦੀ ਹੈ ਬੰਦੇ ਦੇ, ਬਿਮਾਰੀਆਂ ਲੱਗ ਜਾਂਦੀਆਂ, 100 ਬਿਮਾਰੀਆਂ ਲੱਗ ਜਾਂਦੀਆਂ ਨੇ। ਉਹੀ ਬਿਸਤਰੇ 'ਤੇ ਪਏ ਰਹਿਣਾ ਤੁਸੀਂ 10 ਘੰਟੇ, 12 ਘੰਟੇ। ਕਿੰਨਾ ਕੁ ਚਿਰ ਬੰਦਾ ਪਿਆ ਰਹੂ? ਕਿੰਨੇ ਕੁ ਪਾਸੇ, ਕਿੰਨੇ ਕੁ ਟੀਵੀ ਦੇਖ ਲੂ, ਕਿੰਨੀਆਂ ਕੁ ਗੱਲਾਂ ਮਾਰ ਲੂ। ਫਿਰ ਉਹ ਐਡੀਟੇਟ ਹੁੰਦੇ ਆ, ਫਿਰ ਨਿੱਕੀ ਨਿੱਕੀ ਗੱਲ 'ਤੇ ਆਪਸ ਵਿੱਚ ਲੜਦੇ ਆ, ਖਿੱਚਦੇ ਆ, ਫਿਰ ਉੱਥੇ ਦੁਸ਼ਮਣੀਆਂ ਬਣ ਜਾਂਦੀਆਂ ਨੇ। ਪਹਿਲਾਂ ਯਾਰ ਹੁੰਦੇ ਆ, ਫਿਰ ਲੜ ਪੈਂਦੇ ਆ। ਇਹਨਾਂ ਨੂੰ ਪਤਾ ਸਾਰਾ ਕੁਛ, ਪਤਾ ਇਹਨਾਂ ਨੂੰ ਸਾਰਾ ਕੁਛ ਵੀ ਜੇ 10 ਬੰਦਿਆਂ ਦੇ ਪਰਚਾ ਪਿਆ, ਜਿਹੜੇ 10 ਬੰਦੇ ਅੰਦਰ ਗਏ ਨੇ, ਇਹਨਾਂ ਨੇ ਲੜਨਾ ਆਪਸ ਵਿੱਚ। ਇਹਨਾਂ ਨੂੰ ਪਹਿਲਾਂ ਪਤਾ ਐਡਵਾਂਸ ਦੇ ਵਿੱਚ ਵੀ ਇਹ ਵਾਪਸ ਲੜ ਕੇ ਆਉਣਗੇ, ਇਹਨਾਂ ਦੇ ਗਰੁੱਪ ਬਣਨਗੇ, ਫਿਰ ਇਹ ਅੱਡੋ ਅੱਡ ਇੱਕ ਦੂਜੇ ਦੇ ਬਰਖਲਾਫ ਚੱਲਣਗੇ। ਸਭ ਕਲੀਅਰ ਹੁੰਦਾ ਇਹਨਾਂ ਨੂੰ।
ਬਹੁਤ ਸਾਰੀਆਂ ਇਹ ਵੀ ਚਰਚਾਵਾਂ ਆਉਂਦੀਆਂ ਨੇ ਕਿ ਪੁਲਿਸ ਮੁਲਾਜ਼ਮ ਹੀ ਜਿਹੜੇ ਹੈਗੇ ਨੇ ਇਹਨਾਂ ਨੂੰ ਵਰਤਦੇ ਹੈਗੇ ਨੇ, ਪਹਿਲਾਂ ਜੇਲ੍ਹਾਂ ਦੇ ਵਿੱਚ ਅੰਦਰ ਡੱਕਦੇ ਨੇ, ਫਿਰ ਪੈਰੋਲ ਦੇ ਉੱਤੇ ਬਾਹਰ ਭੇਜਦੇ ਨੇ ਔਰ ਆਪਣੇ ਹੀ ਮੁਫਾਦਾਂ ਦੇ ਵਾਸਤੇ ਇਹਨਾਂ ਦਾ ਇਸਤੇਮਾਲ ਕਰਦੇ ਨੇ। ਕਿ ਇਹ ਵੀ ਤਸਵੀਰ ਜਿਹੜੀ ਹੈਗੀ ਨਜ਼ਰ ਆਉਂਦੀ ਹੈ? ਦੇਖੋ, ਜਿਹੜਾ ਆਪਾਂ ਪੁਲਿਸ ਮੁਲਾਜ਼ਮ ਦੀ ਗੱਲ ਕਰਦੇ ਆ ਨਾ, ਜਿਹੜਾ ਪੁਲਿਸ ਅਫਸਰ ਆ ਉਹ ਪਬਲਿਕ ਦੀ ਸੇਵਾ ਵਾਸਤੇ ਆ। ਉਹ ਸੇਵਾ ਕਰੂਗਾ ਕਦੋਂ? ਮੰਨ ਲਓ ਮੈਂ ਕੋਈ MLA ਆ ਜਾਂ ਮੈਂ ਕੋਈ ਮੰਤਰੀ ਆ, ਮੈਂ ਤੁਹਾਨੂੰ ਹੁਕਮ ਦੇ ਰਿਹਾ ਆਪਦੇ ਰੂਮ 'ਚ ਬੈਠ ਕੇ ਵੀ ਤੂੰ ਕਰਨਾ ਕੀ ਆ। ਉਹਦੇ ਹੱਥ 'ਚ ਜਿਹੜੀ ਕਾਨੂੰਨ ਦੀ ਕਿਤਾਬ ਆ ਤਾਂ ਉਹਦੇ ਮੁਤਾਬਕ ਤਾਂ ਉਹ ਚੱਲ ਹੀ ਨਹੀਂ ਸਕਦਾ। ਫਿਰ ਹੌਲੀ ਹੌਲੀ ਉਹ ਮਜਬੂਰ ਹੋ ਜਾਂਦਾ, ਲਾਚਾਰ ਹੋ ਜਾਂਦਾ, ਉਹਦੇ ਕੋਲ ਆਪਸ਼ਨ ਨਹੀਂ ਬਚਦੀ ਵੀ ਜਿਹੜਾ ਸਾਹਿਬ ਦਾ ਫੋਨ ਆਊਗਾ ਮੈਂ ਤਾਂ ਉਹ ਕਰੂੰਗਾ, ਜਦੋਂ ਨੇਤਾ ਦਾ ਫੋਨ ਆਊਗਾ ਮੈਂ ਉਹ ਦੇਖੂੰਗਾ। ਜਿਹੜਾ ਅਫਸਰ, ਮੈਂ ਕਈ ਸਿਰ ਨੋਚਦੇ ਦੇਖੇ ਆ, ਟੇਬਲ ਤੇ ਮੁੱਕੀਆਂ ਮਾਰਦੇ ਦੇਖੇ, ਵੀ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ। ਜਿਹੜੇ ਅਫਸਰ ਨੇ ਉਹ ਕਿਤੇ ਉੱਤੋਂ ਤਾਂ ਨਹੀਂ ਆਏ, ਅਸਮਾਨ ਤੋਂ ਤਾਂ ਨਹੀਂ ਆਏ, ਸਾਡੇ 'ਚ ਹੀ ਭਰਤੀ ਹੋਏ ਆ ਨਾ। ਜੇ ਪੁਲਿਸ ਅਫਸਰ ਭਰਤੀ ਹੋ ਗਿਆ ਤਾਂ ਮਤਲਬ ਵਿਤਕਰਾ ਕੌਣ ਪਾ ਰਿਹਾ? ਇਹ ਲੋਕ ਪਾ ਰਿਹਾ ਨਾ। ਸਾਡੇ ਨਾਲ ਉਹਨਾਂ ਨਾਲ ਗੈਪ ਕਿਉਂ ਬਣਾਉਂਦੇ ਪਏ ਨੇ? ਹੈ ਸਾਡੇ 'ਚੋਂ ਜਾਂਦੇ, ਸਾਡੇ 'ਚੋਂ ਇੱਕ ਵਰਦੀ ਪਾਉਣ ਦੇ ਨਾਲ ਉਹ ਉਹਨਾਂ ਦਾ ਰੰਗ ਬਦਲ ਜਾਂਦਾ, ਸਾਡੇ ਨਾਲ ਚੇਂਜ ਹੋ ਜਾਂਦੇ ਆ। ਉਹ ਇਹ ਕਰਦੇ ਨੇ, ਇਦਾਂ ਦਾ ਕੁਝ ਹੈ ਨਹੀਂਗਾ। ਬਹੁਤ ਸਾਰੇ ਨੌਜਵਾਨ ਸਿਆਸਤ ਦੀ ਭੇਂਟ ਵੀ ਚੜ ਜਾਂਦੇ। ਹਾਲਾਂਕਿ ਤੁਹਾਡੀ ਵੀ ਮੈਂ ਜੇਕਰ ਗੱਲ ਕਰਾਂ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਉਸੀ ਸਿਆਸੀ ਭੇਂਟ ਦਾ ਜਿਹੜਾ ਹੈਗਾ ਉਹ ਸ਼ਿਕਾਰ ਹੋਏ ਹੈਗੇ ਹੋ। ਤਾਂ ਕਿਵੇਂ ਦੇਖਦੇ ਹੈਗੇ ਹੋ ਕਿ ਸਿਆਸਤਦਾਨ ਪਹਿਲਾਂ ਤਾਂ ਇਸਤੇਮਾਲ ਕਰਦੇ ਹੈਗੇ ਨੇ ਔਰ ਜਦੋਂ ਇਸਤੇਮਾਲ ਪੂਰਾ ਹੋ ਜਾਂਦਾ ਤਾਂ ਫਿਰ ਉਹਨਾਂ ਨੂੰ ਉਸ ਰਾਹ ਦੇ ਉੱਤੇ ਛੱਡ ਦਿੰਦੇ ਨੇ, ਉੱਥੇ ਜੇਲ੍ਹਾਂ ਦੇ ਵਿੱਚ ਡੱਕਣ ਤੱਕ ਜਿਹੜੇ ਹੈਗੇ ਉਹ ਮਜਬੂਰ ਕਰ ਦਿੰਦੇ ਨੇ। ਪਤਾ ਕੀ ਹੈ ਜੀ, ਜਿਹੜਾ ਹੁਣ ਇੱਕ ਸਪੋਰਟਸਮੈਨ ਆ, ਕੋਈ ਨੌਜਵਾਨ ਆ, ਕੋਈ ਵਧੀਆ ਮੁੰਡਾ ਇੰਟੈਲੀਜੈਂਟ ਆ, ਉਹਦੇ ਕੋਲੇ ਮਸਲ ਪਾਵਰ ਵੀ ਹੁੰਦੀ ਆ, ਉਹਦੇ ਕੋਲੇ ਫਰੈਂਡ ਸਰਕਲ ਵੀ ਜ਼ਿਆਦਾ ਹੁੰਦਾ। ਇਹ ਲੋਕ ਪਹਿਚਾਣ ਲੈਂਦੇ ਆ ਵੀ ਸਾਨੂੰ ਇਹਦੀ ਲੋੜ ਆ, ਉਹਦਾ ਇਸਤੇਮਾਲ ਕਰਦੇ ਆ ਜਿੰਨਾ ਚਿਰ ਉਹ ਬੇਦਾਗ ਰਹਿੰਦਾ। ਜਦੋਂ ਪੂਰੀ ਤਰ੍ਹਾਂ ਬੇਦਾਗੀ ਹੋ ਗਿਆ ਹੁੰਦਾ ਇਹਨਾਂ ਦੀ ਵਜ੍ਹਾ ਨਾਲ, ਉਹਨੂੰ ਆਪ ਨੂੰ ਕੁਝ ਨਹੀਂ ਪਤਾ ਲੱਗਦਾ, ਫਿਰ ਉਹਨੂੰ ਲਵਾਰ ਛੱਡ ਦਿੰਦੇ ਆ। ਫਿਰ ਉਸ ਤੋਂ ਬਾਅਦ ਉਹ ਕਾਨੂੰਨ ਦੇ ਧੱਕੇ ਚੜ੍ਹ ਜਾਂਦਾ। ਕਾਨੂੰਨ ਦੇ ਵਿੱਚ ਫਿਰ ਜੇ ਤਾਂ ਕੋਈ ਵਧੀਆ ਅਫਸਰ ਮਿਲ ਗਿਆ ਕਿਸਮਤ ਵਾਲੇ ਨੂੰ, ਉਹ ਕੋਈ ਬਚ ਜਾਂਦਾ। ਜੇ ਕੋਈ ਚੱਜ ਦਾ ਅਫਸਰ ਨਾ ਮਿਲਿਆ, ਕੋਈ ਉਹਨੇ ਸਿਰਫ ਖਾਨਾ ਪੂਰਤੀ ਕਰਨੀ ਹੋਈ, ਭਾਉ ਰਗੜਿਆ ਜਾਂਦਾ। ਤਾਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਜੇਲ੍ਹ ਦੇ ਅੰਦਰ? 4 ਸਾਲ ਤੋਂ ਬਾਅਦ ਪੈਰੋਲ ਤੇ ਆ ਜੀ, ਇੱਥੇ ਬੇਲ ਤੇ ਸਾਡਾ ਸਾਰਿਆਂ ਦਾ ਮੁੱਖ ਮਕਸਦ ਅੱਜ ਤੁਹਾਨੂੰ ਬੁਲਾ ਕੇ ਇਹ ਹੈ ਵੀ ਸਾਰੇ ਪੰਜਾਬ ਦੀਆਂ ਜੇਲ੍ਹਾਂ ਨਾਲ ਜੁੜੇ ਹੋਏ ਅਸੀਂ ਹੈਗੇ ਹਾਂ। ਸਾਰੇ ਪੰਜਾਬ ਦੇ ਡਿਸਟ੍ਰਿਕਾਂ 'ਚੋਂ ਅਸੀਂ ਬੰਦੇ ਇੱਥੇ ਪਹੁੰਚੇ ਹਾਂ। ਕਰੋਨਾ ਕਰਕੇ ਕੁਝ ਘੱਟ ਬੰਦੇ ਅਸੀਂ ਬੁਲਾਏ ਆ ਤਾਂ ਕਿ ਜ਼ਿਆਦਾ ਇਕੱਠ ਨਾ ਹੋਵੇ। ਅਸੀਂ ਇਹ ਤੁਹਾਡੇ ਜ਼ਰੀਏ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਰੰਗੀ ਸਾਹਿਬ ਨੇ ਦੱਸਿਆ ਵੀ ਇੱਕ ਤਾਂ ਟਾਈਮ ਤੋਂ ਜ਼ਿਆਦਾ ਸਜ਼ਾ ਦੇ ਟਾਈਮ ਤੋਂ ਸਜ਼ਾ ਜ਼ਿਆਦਾ ਕੱਟ ਚੁੱਕੇ ਨੇ ਜਿਹੜੇ ਲੋਕ, ਉਹ ਅੰਦਰ ਫਸੇ ਬੈਠੇ ਨੇ। ਦੂਜੀ ਗੱਲ, ਕੁਛ ਨਵੀਂ ਸਾਨੂੰ ਸੁਣਨ 'ਚ ਇਹ ਆਇਆ ਕਿ ਸਖਤੀ ਵਧਾਈ ਜਾ ਰਹੀ ਹੈ ਕੈਦੀਆਂ ਤੇ। ਜਿਹੜੇ ਪੈਰੋਲ ਹੈ ਉਹ ਸਜ਼ਾ ਦੇ ਵਿੱਚ ਜੋੜਨ ਦੀ ਬਜਾਏ ਵੱਖਰੀ ਕਟਵਾਉਣ ਦੀ ਸਕੀਮ ਬਣਾ ਰਹੇ ਨੇ, ਸਖਤੀ ਵਧਾਈ ਜਾ ਰਹੀ ਹੈ। ਦੂਜੀ ਗੱਲ, ਜਿਹੜੇ ਕਰੋਨਾ 'ਚ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਸਾਨੂੰ ਕੈਦੀਆਂ ਨੂੰ ਬਾਹਰ ਕੱਢਿਆ ਸੀ, ਉਹ ਵੀ ਦੁਬਾਰਾ ਕਟਵਾਉਣ ਵਾਸਤੇ ਸਾਡੇ ਤੇ ਸਖਤੀ ਵਧਾਈ ਜਾ ਰਹੀ ਹੈ। ਅਸੀਂ ਪੈਰੋਲ ਤੇ ਇਹ ਜਿਹੜਾ ਕਰੋਨਾ ਦੀ ਜਿਹੜੀ ਬਾਹਰ ਸਾਨੂੰ ਰੱਖਿਆ ਗਿਆ ਉਹ ਜਿਹੜਾ ਵੱਖਰਾ ਤੇ ਨਕਸ਼ੇ ਦੇ ਵਾਸਤੇ ਸਪੈਸ਼ਲੀ ਅਸੀਂ ਇਹ ਬੇਨਤੀ ਤੁਹਾਨੂੰ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਵੀ ਸਾਡੀ ਇਹ ਗੱਲ ਸਰਕਾਰ ਤੱਕ ਪਹੁੰਚੇ, ਸੁਸਾਇਟੀ ਤੱਕ ਵੀ ਪਹੁੰਚੇ, ਤੇ ਅਸੀਂ ਤਾਂ ਚਾਹੁੰਦੇ ਹਾਂ ਮਾਨਯੋਗ ਜੱਜਾਂ ਤੱਕ ਵੀ ਪਹੁੰਚੇ, ਤਾਂ ਕਿ ਜਿਹੜੇ ਜ਼ਿਆਦਾ ਸਮਾਂ ਕੱਟ ਰਹੇ ਨੇ ਉਹ, ਤੇ ਜਿਹੜਾ ਨਕਸ਼ਾ ਹੈ ਉਹਦਾ ਕੋਈ ਟਾਈਮ ਲਿਮਿਟ ਕੀਤਾ ਜਾਵੇ, ਤੇ ਜਿਹੜੇ ਅਸੀਂ ਬਾਹਰ ਪੈਰੋਲ 'ਚ ਮਾਨਯੋਗ ਸੁਪਰੀਮ ਕੋਰਟ ਦੇ ਮੁਤਾਬਕ ਅਸੀਂ ਬਾਹਰ ਆਏ ਹਾਂ ਉਹ ਵਿੱਚ ਹੀ ਕੱਟੀ ਜਾਵੇ, ਤੇ ਸਾਡੀ ਜਿਹੜੀ ਪੈਰੋਲ ਹੈ ਉਹ ਵੀ ਵਿੱਚ ਕੱਟੀ ਜਾਵੇ। ਪਰ ਇਹ 2-2 ਸਾਲ ਵੱਧ ਕਟਾਉਣਾ ਚਾਹੁੰਦੇ ਨੇ। ਅਸੀਂ ਚਾਹੁੰਦੇ ਹਾਂ ਵੀ ਜੇ ਕਿਸੇ ਤੋਂ ਛੋਟੀ ਮੋਟੀ ਕੋਈ ਗਲਤੀ ਹੋ ਗਈ ਹੈ ਨਾ, ਕੋਈ ਬੱਟ ਪਿੱਛੇ ਰੌਲਾ ਪੈ ਗਿਆ, ਕੋਈ ਪੋਲੀਟਿਕਸ ਪਿੱਛੇ ਕੋਈ ਲੜਾਈ ਹੋ ਗਈ, ਕੋਈ ਹੱਥ ਵੱਜ ਗਿਆ, ਕੋਈ ਮਾੜੀ ਮੋਟੀ ਕੋਈ ਗੁੱਸੇ 'ਚ ਕੁਝ ਹੋ ਗਿਆ ਅਪਰਾਧ, ਜਿਹਨੂੰ ਆਪਾਂ ਤੁਸੀਂ ਕਹਿੰਦੇ ਹੋ ਹਿਊਮਨ ਬੀਇੰਗ ਕਹਿੰਦੀ ਹੈ, ਤੁਸੀਂ ਵੀ ਮੰਨੋਗੇ ਇਹ ਗੱਲ, ਲੋਕ ਸਾਰੇ ਮੰਨਣਗੇ ਵੀ ਸੁਧਰਨ ਦਾ ਅਧਿਕਾਰ ਹਰ ਇੱਕ ਨੂੰ ਹੈਗਾ ਨਾ। ਜਦੋਂ ਤੁਸੀਂ ਪੈਰੋਲ ਤੇ ਛੱਡ ਕੇ ਬਾਹਰ ਜੇਲ੍ਹ ਦੇ ਅੰਦਰ ਰਿਕਾਰਡ ਤੇ ਗੁੱਡ ਕਰੈਕਟਰ ਦੇਖ ਲਿਆ ਤਾਂ ਉਹਨੂੰ ਗੁੱਡ ਜ਼ਿੰਦਗੀ ਜਿਉਣ ਦਾ ਹੱਕ ਹੈ ਜਾਂ ਨਹੀਂ? ਮੈਨੂੰ ਤਾਂ ਲੱਗਦਾ ਸਾਰੇ ਤੁਸੀਂ ਸਹਿਮਤ ਹੋਵੋਗੇ। ਜਿਹੜੇ ਗੁੱਡ ਕਰੈਕਟਰ ਲੋਕ ਨੇ ਉਹਨਾਂ ਨੂੰ ਤਾਂ ਚੰਗੀ ਜ਼ਿੰਦਗੀ ਜਿਉਣ ਦਾ, ਤਾਂ ਅੱਜ ਕੱਲ੍ਹ ਤਾਂ ਨਸ਼ੇ ਵਾਲਿਆਂ ਨੂੰ ਰਿਹਾਬ ਕਰਦੇ ਹਾਂ ਅਸੀਂ ਪੈਸੇ ਖਰਚ ਕੇ, ਉਹਨਾਂ ਨੂੰ ਘੱਟੋ ਘੱਟ ਜੇਲ੍ਹ 'ਚੋਂ ਬਾਹਰ ਰਹਿਣ ਦਾ, ਅੱਛੀ ਜ਼ਿੰਦਗੀ ਜਿਉਣ ਦਾ ਮੌਕਾ ਤਾਂ ਦੇਣਾ ਚਾਹੀਦਾ। ਇਹ ਬੇਨਤੀ ਹੈ। ਤਾਂ ਰੰਗੀ ਜੀ, ਤੁਹਾਨੂੰ ਕੀ ਲੱਗਦਾ ਹੈਗਾ ਕਿ ਅੱਛੀ ਜ਼ਿੰਦਗੀ ਇਹ ਜਿਉਣ ਦਾ ਮੌਕਾ ਦੇਣਾ ਹੀ ਨਹੀਂ ਚਾਹੁੰਦੇ ਹੈਗੇ ਕਿ ਇਹਨਾਂ ਨੂੰ ਲੱਗੇ ਕਿ ਕਿੱਥੇ ਕੈਦੀ ਨਾ ਸਾਰੇ ਖਤਮ ਹੋ ਜਾਣ, ਜੇਲ੍ਹਾਂ ਦੇ ਵਿੱਚ ਕੈਦੀ ਖਤਮ ਹੋ ਜਾਣ, ਤਾਂ ਕਰਕੇ ਇਹਨਾਂ ਨੂੰ ਬਾਹਰ ਹੀ ਨਾ ਕੱਢਿਆ ਜਾਵੇ, ਉਸੀ ਦਲਦਲ ਦੇ ਵਿੱਚ ਅੰਦਰ ਹੀ ਧਕੇਲ ਕੇ ਰੱਖਿਆ ਜਾਵੇ? ਕੈਦੀਆਂ ਨੂੰ ਤਾਂ ਨਾ ਜੀ ਇਹ ਡੀ ਕੈਟਾਗਰੀ 'ਚ ਲੈ ਕੇ ਆਏ ਹੋਏ ਨੇ। ਕੈਦੀਆਂ ਤੋਂ ਪਹਿਲਾਂ ਤਾਂ ਜਿਵੇਂ ਮੰਨ ਲਓ ਸਾਡਾ ਪੰਜਾਬ, ਜਿਵੇਂ ਆਮ ਪੰਜਾਬ ਬਾਰੇ ਹੀ ਨਹੀਂ ਇਹ ਕੋਈ ਮੁੱਖ ਧਾਰਾ 'ਚ ਲੈ ਕੇ ਆਉਣਾ ਚਾਹੁੰਦੇ ਇਹ, ਤੇ ਕੈਦੀਆਂ ਬਾਰੇ ਤਾਂ ਸੋਚਣਾ ਹੀ ਇਹਨਾਂ ਦਾ ਦਿਮਾਗ 'ਚ ਹੀ ਹੈ ਨਹੀਂਗਾ। ਅੱਜ ਅਸੀਂ ਤੁਹਾਡੇ ਵਾਦੀਆਂ ਨਾਲ ਇੱਕ ਇਹੀ ਕੋਸ਼ਿਸ਼ ਕੀਤੀ ਹੈ ਬਈ ਹੁਣ ਜਦੋਂ ਸਾਨੂੰ ਕੋਈ ਰਸਤਾ ਹੀ ਨਹੀਂ ਨਜ਼ਰ ਆਇਆ, ਵੀ ਜੋ ਮੇਰੇ ਛੋਟੇ ਵੀਰ ਨੇ ਹੁਣ ਤੁਹਾਨੂੰ ਦੱਸਿਆ ਵੀ ਜਿਹੜਾ ਸਾਲ ਸਾਡਾ ਕਰੋਨਾ ਵਾਲਾ ਉਹ ਵੀ ਇਹ ਕਟਾਉਣ ਨੂੰ ਫਿਰਦੇ ਆ, ਫਿਰ ਸਾਨੂੰ ਛੱਡਣਾ ਹੀ ਕਾਸ ਨੂੰ ਸੀ? ਜੇ ਸਾਨੂੰ ਤਾਂ ਐਂ ਲੱਗਦਾ ਵੀ ਸਾਡਾ ਹੁਣ ਟਾਈਮ ਪੂਰਾ ਹੋ ਜਾਣਾ ਅਗਲੇ ਸਾਲ, ਹੁਣ ਤੁਸੀਂ ਹੋਰ ਵਧਾਤਾ।
ਵੀ ਸਾਡਾ ਤੁਸੀਂ ਇਹ ਵੀ ਸਾਲ ਕੱਟੋਗੇ, ਐਦਾਂ ਥੋੜੀ ਚੱਲੂਗਾ। ਇਹ ਅਸੀਂ ਜ਼ਿਆਦਾ ਸਬਰ ਨਹੀਂ, ਲੰਬਾ ਚੌੜਾ ਟਾਈਮ ਸਬਰ ਨਹੀਂ ਕਰ ਸਕਦੇ। ਸਾਨੂੰ ਭੁੱਖ ਹੜਤਾਲ ਵੀ ਕਰਨੀ ਆਉਂਦੀ ਆ, ਸਾਨੂੰ ਹੜਤਾਲਾਂ ਵੀ ਕਰਨੀਆਂ ਆਉਂਦੀਆਂ, ਸਾਨੂੰ ਆਪਦਾ ਰੋਸ ਵੀ ਜ਼ਾਹਰ ਕਰਨਾ ਆਉਂਦਾ। ਉਹ ਅਸੀਂ ਕਰਾਂਗੇ ਜੇ ਸਾਡਾ ਨਾ ਹੱਲ ਹੋਇਆ। ਜੇਲ੍ਹਾਂ ਦੇ ਵਿੱਚ ਹੁਣ ਦੇ ਮੌਜੂਦਾ ਹਾਲਾਤ ਕੀ ਹੈਗੇ ਨੇ? ਕਿਉਂਕਿ ਕਿਹਾ ਜਾਂਦਾ ਕਿ ਬਹੁਤ ਸਖਤਾਈ ਕਰ ਦਿੱਤੀ ਗਈ ਹੈਗੀ ਹੈ, ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਹੈਗਾ, ਮੋਬਾਈਲ ਫੋਨਾਂ ਦਾ ਬਹੁਤ ਜ਼ਿਕਰ ਆਉਂਦਾ ਹੈਗਾ, ਨਸ਼ੇ ਦਾ ਬਹੁਤ ਜ਼ਿਕਰ ਆਉਂਦਾ ਹੈ। ਕੀ ਸਭ ਕੁਝ ਉਸੇ ਤਰੀਕੇ ਨਾਲ ਜਾਰੀ ਹੈਗਾ ਜੇਲ੍ਹਾਂ ਦੇ ਵਿੱਚ? ਜਿਹੜੀ ਮੋਬਾਈਲ ਫੋਨਾਂ ਦੀ ਗੱਲ ਆ ਜੀ, ਮੈਂ ਤਾਂ ਕਹਿੰਦਾ ਐਸਟੀਡੀਆਂ ਲਾਉਣੀ ਚਾਹੀਦੀਆਂ ਹਰੇਕ ਖਾਤੇ 'ਚ। ਕਮ ਸੇ ਕਮ ਆਪਦੇ ਪਰਿਵਾਰ ਨਾਲ ਗੱਲ ਕਰਕੇ ਇੱਕ ਕੈਦੀ ਨੀਂਦ ਦੀ ਚੈਨ ਦੀ ਨੀਂਦ ਤਾਂ ਸੌਂ ਲੂਗਾ। ਮੋਬਾਈਲ ਕਿਹੜੇ ਦੱਸੋ ਮੈਨੂੰ, ਕਦੋਂ ਤੋਂ ਮੋਬਾਈਲ ਸ਼ੁਰੂ ਹੋਏ ਆ, ਕਦੋਂ ਤੱਕ ਬੰਦ ਹੋਇਆ? ਕੋਈ ਚੱਲਦੇ ਆ ਨਾ, ਕਿਹੜੇ ਬੰਬ ਮੰਗਾ ਲਏ ਮੋਬਾਈਲਾਂ ਦੇ ਨਾਲ, ਕੀ ਕਰ ਲਿਆ ਲੋਕ? ਅਗਲਾ ਘਰੇ ਗੱਲ ਕਰਦਾ ਵੱਧ ਤੋਂ ਵੱਧ, ਆਪਦੇ ਬੱਚਿਆਂ ਬਾਰੇ ਪੁੱਛਦਾ, ਆਪਦੇ ਪਰਿਵਾਰ ਬਾਰੇ ਪੁੱਛਦਾ। ਐਸਟੀਡੀਆਂ ਲਾ ਦਿਓ, ਤੁਹਾਨੂੰ ਨਾਲੇ ਫਾਇਦਾ ਹੋਊ। ਕਿਉਂ ਨਹੀਂ ਲਾਉਂਦੇ ਐਸਟੀਡੀਆਂ? ਕਿਉਂਕਿ ਵੀ ਉਹ ਮੋਬਾਈਲ ਲਿਆਉਣ ਤੇ ਫਿਰ ਅਸੀਂ ਉਹਨਾਂ ਨੂੰ ਫੜੀਏ। ਜਾਂ ਕੋਈ ਸਖਤਾਈ ਹੁੰਦੀ ਆ, ਸਖਤਾਈ ਸੁਧਾਰਨ ਵਾਸਤੇ ਨਹੀਂ ਹੁੰਦੀ ਬਾਈ ਜੀ। ਸਖਤਾਈ ਹੁੰਦੀ ਆ 100 ਦੇ ਨੋਟ ਨੂੰ 1000 'ਚ ਤਬਦੀਲ ਕਰਨ ਵਾਸਤੇ, ਉਹਦੇ ਵਾਸਤੇ ਸਖਤਾਈ ਹੁੰਦੀ ਆ, ਉਹਦੇ ਵਾਸਤੇ ਕਾਨੂੰਨ ਕੈੜਾ ਬਣਦਾ ਵਾ। 1000 ਦੇ ਨੋਟ ਨੂੰ 10,000 ਦੇ ਵਿੱਚ ਬਦਲਣ ਵਾਸਤੇ। ਜੇ ਸੁਧਾਰ ਵਾਸਤੇ ਹੋਵੇ ਤਾਂ ਲੋੜ ਹੀ ਨਹੀਂ ਸਖਤਾਈਆਂ ਦੀ। ਨਸ਼ੇ ਦੀ ਕੀ ਸਥਿਤੀ ਹੈਗੀ ਜੇਲ੍ਹਾਂ ਦੇ ਵਿੱਚ? ਨਸ਼ਾ ਵੀ ਉਵੇਂ ਉਸੇ ਤਰੀਕੇ ਦੇ ਨਾਲ ਹੀ ਵਿਕਦਾ ਹੈਗਾ ਅੰਦਰ, ਜਿਵੇਂ ਬਾਹਰ ਖਬਰਾਂ ਆਉਂਦੀਆਂ ਹੈਗੀਆਂ? ਮਰਦਾ ਬੰਦਾ ਕੀ ਨਹੀਂ ਕਰੂ? ਘਰੇ ਅਗਲੇ ਦੀ ਵਾਈਫ ਬਿਮਾਰ ਪਈ ਆ, ਬੱਚਾ ਸਕੂਲ ਨਹੀਂ ਜਾ ਰਿਹਾ, ਤੇ ਉਹ ਅੰਦਰ ਬੈਠਾ, ਉਹ ਮਾਰੂਗਾ ਹੀ ਮੂੰਹ ਕਿਸੇ ਪਾਸੇ, ਖਾਊਗਾ ਹੀ ਕੁਛ ਨਾ ਕੁਛ, ਨੂੰ ਨੀਂਦ ਨਹੀਂ ਆਉਂਦੀ, ਡਿਪਰੈਸ਼ਨ 'ਚ ਕੰਧਾਂ ਸਿਰ ਮਾਰਦਾ ਅਗਲਾ। ਫਿਰ ਉਹਨਾਂ ਨੂੰ ਤੁਸੀਂ ਨਸ਼ੇੜੀ ਕਹਿ ਦਿਓ, ਤੁਸੀਂ ਬਦਮਾਸ਼ ਕਹਿ ਦਿਓ, ਤੁਸੀਂ ਜੋ ਮਰਜ਼ੀ ਕਹਿ ਦਿਓ, ਬੰਨਿਆ ਹੋਇਆ ਜਾਨਵਰ ਆ, ਚਾਹੇ ਇੱਟ ਮਾਰ ਕੇ ਲੰਘ ਜਾਓ, ਚਾਹੇ ਡਾਂਗ ਮਾਰ ਦਿਓ। ਤਾਂ ਮਤਲਬ ਸੁਧਾਰ ਘਰ ਦੇ ਵਿੱਚ ਸੁਧਾਰ ਤਾਂ ਕਿੱਥੇ ਹੋਣਾ? ਬੰਦਾ ਹੋਰ ਪਰੇਸ਼ਾਨ ਜਿਹੜਾ ਹੈਗਾ ਉਹ ਵੱਧ ਹੁੰਦਾ ਨਜ਼ਰ ਆਉਂਦਾ। ਬੰਦਾ ਹੁੰਦਾ ਹੀ 99% ਪਰੇਸ਼ਾਨ ਆ ਜੀ। ਇਹ ਤਾਂ ਸ਼ੁਕਰ ਕਰੋ ਮਾਲਕ ਦਾ ਵੀ ਕਈ ਸੁਪਰਡੈਂਟ ਨਾ ਮਤਲਬ ਕੈਦੀਆਂ ਨੂੰ ਆਪਦੇ ਪਰਿਵਾਰ ਵਾਂਗੂ ਲੈਂਦੇ ਨੇ, ਜਿਹਦੇ ਵਿੱਚ ਸਰਦਾਰ ਕੁਲਦੀਪ ਸਿੰਘ ਜਿੱਦਾਂ ਹੁਣ ਰਿਟਾਇਰ ਹੋ ਗਏ ਉਹ, ਤੇ ਉਹ ਉਹਨਾਂ ਦਾ ਕੈਦੀਆਂ ਨਾਲ ਜਿਹੜਾ ਵਿਵਹਾਰ ਸੀ, ਕੈਦੀ ਉਹਨਾਂ ਨੂੰ ਮਿਲ ਕੇ ਹੀ ਠੀਕ ਹੋ ਜਾਂਦੇ ਸੀ। ਜਾਂ ਜਿਵੇਂ ਸਰਦਾਰ ਜੋਗਾ ਸਿੰਘ ਸਾਡੇ ਸੰਗਰੂਰ ਹੁੰਦੇ ਸੀ, ਉਹ ਮਤਲਬ ਕਿਸੇ ਨੂੰ ਪਰੇਸ਼ਾਨ ਨਹੀਂ ਸੀ ਕਰਦੇ। ਉਹ ਕਹਿੰਦੇ ਸੀ ਆਪਦੀ ਕੈਦ ਕੱਟੋ ਤੇ ਘਰਾਂ ਨੂੰ ਜਾਓ। ਅਫਸਰ ਹੈਗੇ ਜਿਹਦੇ ਨਾਲ ਕੰਮ ਚੱਲੀ ਜਾਂਦਾ, ਪਰ ਵਿੱਚ ਤਾਂ ਇੰਨੇ ਗੰਦੇ ਜਿਹਦਾ ਕੋਈ ਹੱਲ ਹੀ ਹੈ ਨਹੀਂ ਗਾ। ਤੁਹਾਨੂੰ ਮੈਂ ਕਈਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਉਹਨਾਂ ਦਾ ਖਰਾਬ ਹੋ ਜਾਣਾ। ਮੁੜ ਕੇ ਅਗਲੇ ਸਬੂਤ ਮੰਗਣੇ, ਮੈਂ ਸਬੂਤ ਦੇ ਦੇਣੇ ਆ। ਵੀ ਮੈਂ ਕਹਿੰਦਾ ਵੀ ਉਹ ਗੱਲਾਂ ਨੂੰ ਆਪਾਂ ਛੱਡੀਏ, ਸਾਡੀ ਰਿਹਾਈ ਕਰੋ, ਸਾਡਾ ਹੱਕ ਬਣਦਾ ਜਿਹੜਾ ਸਮਾਂ ਸਾਡਾ। ਜਿਵੇਂ ਮੇਰੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੇ ਕਿਹਾ ਵਾ, ਸਾਡੇ ਜਿਹੜਾ ਤੁਸੀਂ ਕਾਨੂੰਨ ਬਣਾਇਆ ਉਹਦੇ ਮੁਤਾਬਕ ਸਾਡੀ ਰਿਹਾਈ ਬਣਦੀ ਆ, ਸਾਡੀ ਰਿਹਾਈ ਕਰੋ। ਬਜ਼ੁਰਗੋ, ਤੁਸੀਂ ਤਾਂ ਸਜ਼ਾ ਪੂਰੀ ਕਰ ਚੁੱਕੇ ਹੈਗੇ ਹੋ। 9 ਸਾਲ ਸਜ਼ਾ ਪੂਰੀ ਕਰਨ ਤੋਂ ਬਾਅਦ 6 ਮਹੀਨੇ ਤੁਹਾਨੂੰ ਉੱਪਰ ਹੋ ਚੱਲੇ ਨੇ। ਇਹਨਾਂ 9 ਸਾਲਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਹੋਣਗੀਆਂ, ਵੱਖ-ਵੱਖ ਲੋਕਾਂ ਦੇ ਨਾਲ ਵੀ ਤੁਹਾਡਾ ਮਿਲਣਾ ਹੋਇਆ ਹੋਊਗਾ। ਕਿਹੋ ਜਿਹਾ ਇਹ ਪੂਰਾ ਐਕਸਪੀਰੀਅੰਸ ਰਿਹਾ, ਔਰ ਕੀ ਮਾੜੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਉਹਦਾ ਸਾਹਮਣਾ ਕਰਨਾ ਪਿਆ? ਮਾੜੀਆਂ ਚੀਜ਼ਾਂ ਸਾਹਮਣਾ ਕਰਨਾ ਪੈਂਦਾ ਜੀ। ਜਦੋਂ ਬਾਹਰ ਪਰਿਵਾਰ ਤੇ ਕੋਈ ਤਕਲੀਫ ਦੁੱਖ ਆਉਂਦੀ ਏ, ਫਿਰ ਅੰਦਰ ਵੀ ਤਕਲੀਫ ਦੁੱਖ ਆਉਂਦੀ। ਅੰਦਰ ਜਿਹੜਾ ਬੈਠਾ ਹੁੰਦਾ ਉਹਨੂੰ ਮਿਲਣ ਨਹੀਂ ਦਿੰਦੇ, ਕਈ ਵਾਰ ਉਹਦੀਆਂ ਮੁਲਾਕਾਤਾਂ ਵੀ ਬੰਦ ਕਰ ਦਿੰਦੇ ਨੇ, ਤੇ ਉਹਨਾਂ ਦੇ ਅੰਦਰ ਕੋਈ ਝਗੜਾ ਕੋਈ ਕਰਦਾ, ਸਜ਼ਾ ਕੋਈ ਭੁਗਤਦਾ ਉਸ ਝਗੜੇ ਦੀ। ਇਸ ਕਰਕੇ ਤਕਲੀਫਾਂ ਬਹੁਤ ਆਉਂਦੀਆਂ ਨੇ ਅੰਦਰ ਜੀ। ਨੌਜਵਾਨਾਂ ਨਾਲ ਵੀ ਤੁਹਾਡਾ ਮਿਲਣਾ ਹੁੰਦਾ ਹੋਊਗਾ ਜੇਲ੍ਹਾਂ ਦੇ ਵਿੱਚ, ਤਾਂ ਕੀ ਨੌਜਵਾਨਾਂ ਦਾ ਤੁਹਾਨੂੰ ਕੀ ਰੋਂ ਸਮਝ ਆਉਂਦਾ ਹੈਗਾ? ਕੀ ਕੁਛ ਜਾਣਬੁੱਝ ਕੇ ਅੰਦਰ ਕਰ ਦਿੱਤੇ ਜਾਂਦੇ ਹੈਗੇ ਨੇ, ਜਾਂ ਫਿਰ ਅਸਲ ਦੇ ਵਿੱਚ ਕੋਈ ਨਾ ਕੋਈ ਗੁਨਾਹ ਉਹਨਾਂ ਦੇ ਵੱਲੋਂ ਕੀਤਾ ਗਿਆ ਹੁੰਦਾ? ਹਾਂ ਜੀ, ਉਹਦੇ ਵਿੱਚ 50% ਜਿਹੜੇ ਬੰਦੇ ਨੇ ਉਹ ਬੇਗੁਨਾਹ ਹੁੰਦੇ ਨੇ ਉਹਦੇ ਵਿੱਚ। ਕਿਉਂਕਿ ਜੇ ਇੱਕ ਨੇ ਝਗੜਾ ਕੀਤਾ, 4 ਬੰਦੇ ਕੋਲ ਖੜੇ ਨੇ, ਉਹਨਾਂ ਨੂੰ ਨਾਲੇ ਵਿੱਚ ਵਲੇਟ ਲੈਂਦੇ ਨੇ, ਉਹਨੂੰ ਕਹਿੰਦੇ ਇਹਨੇ ਹੀ ਮਾਰਿਆ, ਜਿਹਨੇ ਹੀ ਮਾਰਿਆ। ਇਸ ਕਰਕੇ 50% ਬੰਦੇ ਬਿਲਕੁਲ ਬੇਗੁਨਾਹ ਉਹਨਾਂ ਦੇ ਵਿੱਚ ਹੁੰਦੇ ਨੇ। ਤਾਂ ਮੁੜ ਕੇ ਕੋਈ ਉਹ ਸੁਧਰਦੇ ਹੈਗੇ ਨੇ, ਜਾਂ ਫਿਰ ਇਸ ਜੇਲ੍ਹ ਦੇ ਵਿੱਚ ਜਿਸ ਤਰੀਕੇ ਨਾਲ ਭੇਜ ਦਿੱਤਾ ਜਾਂਦਾ, ਫਿਰ ਉਸੀ ਚੀਜ਼ ਦੇ ਵਿੱਚ ਉਹ ਆਪਣੇ ਆਪ ਨੂੰ ਇਨਵੋਲਵ ਕਰ ਲੈਂਦੇ? ਹਾਂਜੀ, ਸੁਧਰਦੇ ਇਸ ਤਰ੍ਹਾਂ ਨੇ, ਜਿਹੜਾ ਕੋਈ ਆਪਣੇ ਪਿਛਲੇ ਪਰਿਵਾਰ ਵੱਲ ਖਿਆਲ ਰੱਖਦਾ ਉਹ ਸੁਧਰਦਾ ਵੀ ਹੈ। ਵੀ ਮੇਰਾ ਪਰਿਵਾਰ ਹੈ ਪਿੱਛੇ, ਜਿਵੇਂ ਕਿ ਅਸੀਂ ਹੁਣ ਸਾਡੇ ਕੋਲ ਮੁੰਡੇ ਨੇ, ਬੇਟੇ ਨੇ, ਬੇਟੀਆਂ ਨੇ, ਪੋਤੇ ਪੋਤੀਆਂ ਨੇ। ਅਸੀਂ ਪਿੱਛੇ ਸੋਚਦੇ ਹਾਂ ਵੀ ਜੇ ਇੱਥੇ ਕੋਈ ਗਲਤੀ ਅੰਦਰ ਹੋ ਗਈ ਤਾਂ ਸਾਡੀ ਸਜ਼ਾ ਹੋਰ ਵੱਧ ਜਾਏਗੀ। ਇਸ ਕਰਕੇ ਅਸੀਂ ਉਹਦਾ ਸੁਧਾਰ ਵੀ ਹੁੰਦਾ ਹੈ। ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਅੰਦਰ ਹੀ ਕੋਈ ਨਾ ਕੋਈ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਹੈਗੇ ਨੇ ਤਾਂ ਕਿ ਇਹ ਅੰਦਰ ਹੋਰ ਲੜਨ ਔਰ ਇਹਨਾਂ ਦੇ ਉੱਤੇ ਹੋਰ ਪਰਚਾ ਹੋ ਜਾਏ, ਤਾਂ ਕਿ ਇਹਨਾਂ ਦੀ ਸਜ਼ਾ ਜਿਹੜੀ ਹੈਗੀ ਆ ਉਹ ਹੋਰ ਚੱਲਦੀ ਰਹੇ। ਹਾਂਜੀ, ਜਦੋਂ ਮਤਲਬ ਕਿਸੇ ਬੰਦ ਕਮਰੇ 'ਚ ਹੋਣ ਆਉਂਦਾ, ਉਹਦੇ ਵਾਸਤੇ ਤਾਂ ਪਲੈਨਿੰਗ ਹੁੰਦੀ ਆ, ਬਿਲਕੁਲ ਹੁੰਦੀ ਆ। ਤੇ ਪਰ ਜ਼ਿਆਦਾ ਅਫਸਰ ਜਿਹੜੇ ਹੈਗੇ ਨੇ, ਜਿਵੇਂ ਜੇਲ੍ਹ ਸੁਪਰਡੈਂਟ ਹੁੰਦੇ ਨੇ, ਉਹ ਮਤਲਬ ਬਹੁਤਾ ਬਾਹਰਲਿਆਂ ਦੀ ਸੁਣ ਕੇ ਅਸਰ ਨਹੀਂ ਕਰਦੇ ਉਹਨਾਂ ਨੂੰ, ਕਿਉਂਕਿ ਆਪਦੀ ਜੇਲ੍ਹ ਦਾ ਪਤਾ ਹੁੰਦਾ ਵੀ ਸਾਡੀ ਜੇਲ੍ਹ ਦਾ ਮਾਹੌਲ ਕੀ ਆ ਜਾਂ ਇਹ ਲੋਕ ਕਿੱਦਾਂ ਦੇ ਨੇ। ਤੇ ਹੈਗੇ ਕੁਝ % ਅਫਸਰ ਜਿਹੜੇ ਬਾਹਰੋਂ ਸੁਣ ਕੇ ਅਸਰ ਕਰਦੇ ਅੰਦਰ। ਕੀ ਕਾਰਨ ਰਹਿੰਦੇ ਹੈਗੇ ਫਿਰ ਜੇਲ੍ਹਾਂ ਦੇ ਵਿੱਚ? ਕਦੋਂ ਵਿਵਾਦ ਬਣ ਜਾਂਦੇ ਹੈਗੇ, ਕਦੋਂ ਆਪਸ ਦੇ ਵਿੱਚ ਹੀ ਗੁੱਟਬਾਜ਼ੀ ਜਿਹੜੀ ਹੈਗੀ ਹੋ ਜਾਂਦੀ? ਦੇਖੋ ਜੀ, ਹੁਣ ਮੰਨ ਲਓ ਚਲੋ ਤੁਹਾਨੂੰ ਇਹਨਾਂ ਨੇ ਦੱਸਿਆ, ਬਜ਼ੁਰਗ ਬੰਦੇ ਨੇ, ਬੜੀ ਮੁਸ਼ਕਲ ਨਾਲ ਜਾ ਕੇ ਪੈਂਦੇ ਹੋਣਗੇ। ਜਦੋਂ ਲੱਗਦਾ ਵੀ ਹੁਣ ਕਿਸੇ ਨੂੰ ਅਫਸਰ ਨੂੰ ਲੱਗਦਾ ਵੀ ਇਹ ਮੇਰੇ ਕੋਲੇ ਪਹੁੰਚ ਨਹੀਂ ਰਿਹਾ, ਦਫ਼ਤਰ ਆ ਨਹੀਂ ਰਿਹਾ, ਗੇੜਾ ਨਹੀਂ ਮਾਰ ਰਿਹਾ, ਜਾਂ ਮੇਰੇ ਸਾਹਮਣੇ ਨਹੀਂ ਆ ਰਿਹਾ,
ਉਹ ਤੇ ਨਾਲ ਇਦਾਂ ਦਾ ਹੀ ਕੋਈ ਸ਼ਰਾਰਤੀ ਅਨਸਰ ਪਾ ਦੇਣਾ ਜਿਹਨੇ ਇੰਨਾ ਪਰੇਸ਼ਾਨ ਕਰਨਾ, ਅੱਕੇ ਹੋਇਆ ਨੇ ਕੁਛ ਨਾ ਕੁਛ ਮਾਰਿਆ ਚੱਕ ਕੇ ਉਹ ਜੇਲ੍ਹ ਅਪਰਾਧ ਹੋ ਗਿਆ। ਤਾਂ ਕੁੱਲ ਮਿਲਾ ਕੇ ਤੁਸੀਂ ਇਹ ਤਸਵੀਰ ਵੇਖੀ ਹੈ ਇਹਨਾਂ ਦੀ ਕਿ ਕਿਸ ਤਰੀਕੇ ਦੇ ਨਾਲ ਆਪਣਾ ਦਰਦ ਜਿਹੜਾ ਹੈਗਾ ਉਹ ਬਿਆਨ ਕੀਤਾ ਜਾ ਰਿਹਾ। ਇੱਕ ਪਾਸੇ ਤਾਂ ਜੇਲ੍ਹਾਂ ਨੂੰ ਸੁਧਾਰ ਕਰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਅਪਰਾਧੀ ਅਪਰਾਧ ਕਰਦਾ ਤਾਂ ਉਸ ਨੂੰ ਸੁਧਾਰਨ ਦੇ ਵਾਸਤੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ, ਪਰ ਜੇਲ੍ਹਾਂ ਦੇ ਵਿੱਚ ਵੀ ਕੀ ਹਾਲਾਤ ਹੈਗੇ ਨੇ, ਜੇਲ੍ਹਾਂ ਦੇ ਵਿੱਚ ਵੀ ਕੀ ਸਥਿਤੀ ਹੈਗੀ ਹੈ, ਉਹ ਇਹ ਕੈਦੀ ਆਪਣੇ ਲਫ਼ਜ਼ਾਂ ਦੇ ਰਾਹੀਂ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਕਿਹਾ ਜਾ ਰਿਹਾ ਕਿ ਜੋ ਸਾਡੀ ਸਜ਼ਾਵਾਂ ਪੂਰੀਆਂ ਹੋ ਚੱਲੀਆਂ ਨੇ ਉਸ ਦੇ ਉੱਤੇ ਧਿਆਨ ਦਿੱਤਾ ਜਾਵੇ ਔਰ ਸਾਨੂੰ ਜਿਹੜਾ ਹੈ ਉਹ ਬਰੀ ਕੀਤਾ ਜਾਵੇ। ਹੁਣ ਵੇਖਣਾ ਹੋਊਗਾ ਕਿ ਸਰਕਾਰਾਂ ਇਹਦੇ ਉੱਤੇ ਕਿੰਨਾ ਕੁ ਕੰਮ ਕਰਦੀਆਂ ਨੇ, ਕਿਉਂਕਿ ਅਦਾਲਤਾਂ ਦੇ ਵਿੱਚ ਜੋ ਹੁਕਮ ਆਏ ਹੋਏ ਨੇ ਉਸ ਦੇ ਅਨੁਸਾਰ ਇਹਨਾਂ ਨੂੰ ਪੈਰੋਲ ਦੇ ਉੱਤੇ ਬਾਹਰ ਕੱਢਿਆ ਗਿਆ ਹੈ, ਪਰ ਜਿਹੜੀ ਪੈਰੋਲ ਵੀ ਦਿੱਤੀ ਗਈ ਹੈ ਹੁਣ ਉਹ ਵੀ ਸਜ਼ਾ ਦੇ ਵਿੱਚ ਹੀ ਜੋੜਨ ਦੀ ਗੱਲ ਸਾਹਮਣੇ ਆ ਰਹੀ ਹੈ। ਤਾਂ ਕੁੱਲ ਮਿਲਾ ਕੇ ਇਹ ਤਸਵੀਰ ਜਿਹੜੀ ਹੈਗੀ ਇਸ ਵੇਲੇ ਪੰਜਾਬ ਦੀ ਨਜ਼ਰ ਆਉਂਦੀ ਹੈਗੀ, ਜਿੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਨੇ ਉਹ ਜੇਲ੍ਹਾਂ ਦੇ ਵਿੱਚ ਜਾ ਰਹੇ ਨੇ, ਇਸ ਗੈਂਗਸਟਰਵਾਦ ਵਾਲੇ ਪਾਸੇ ਨੂੰ ਵਧਾਵਾ ਜਿਹੜਾ ਹੈਗਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ। ਪਰ ਲੋੜ ਹੈਗੀ ਹੈ ਕਿ ਸਭ ਨੂੰ ਸੁਧਾਰਨ ਦੀ ਔਰ ਇਸ ਪੰਜਾਬ ਨੂੰ ਇਸ ਗੈਂਗਸਟਰਵਾਦ ਤੋਂ ਬਚਾਉਣ ਦੀ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।